ਜਗਮੋਹਨ ਸਿੰਘ ਭੱਟੀ ਐਡਵੋਕੇਟ ਆਪਣੇ YouTube ਚੈਨਲ ਨਾਲ ਐਡਵੋਕੇਟ ਜਗਮੋਹਨ ਸਿੰਘ ਭੱਟੀ ਤੋਂ ਅੱਜ ਤੁਹਾਡੇ ਨਾਲ ਰੂਬਰੂ ਹੋ ਕੇ ਤੁਹਾਡੀ ਜਿਹੜੀ ਆਰਥਿਕ ਦਸ਼ਾ ਹੈ ਉਹਨੂੰ ਜਿਹੜਾ ਵਿਗਾੜਨ ਦਾ ਕੰਮ ਕੌਣ-ਕੌਣ ਕਰ ਰਿਹਾ ਹੈ, ਕਿਹੜੀ-ਕਿਹੜੀ ਈਸਟ ਇੰਡੀਆ ਕੰਪਨੀ ਜਿਹੜੀ ਹੈ ਇਸ ਵੇਲੇ ਭਾਰਤ ਦੇ ਵਿੱਚ ਚੱਲ ਰਹੀ ਹੈ, ਉਹਦੇ ਬਾਰੇ ਅੱਜ ਵਿਚਾਰ ਗੋਚਰਾ ਤੁਹਾਡੇ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਚੇਤੰਨ ਕਰਨਾ ਬਹੁਤ ਜ਼ਰੂਰੀ ਹੈ। ਮੈਂ ਆਪਣੇ ਦੇਸ਼ ਦੀ ਏਕਤਾ, ਦੇਸ਼ ਦੀ ਖੁਸ਼ਹਾਲੀ, ਦੇਸ਼ ਵਾਸੀਆਂ ਦੀ ਖੁਸ਼ਹਾਲੀ ਦੀ ਵਾਸਤੇ ਕਾਮਨਾ ਕਰਦਾ ਰਹਿਣਾ। ਇਸੇ ਲਈ ਮੈਂ ਇੱਕ ਛੋਟੇ ਉਪਰਾਲੇ ਇਸ ਚੈਨਲ ਦੇ ਰਾਹੀਂ ਕਰਦਾ ਰਹਿਣਾ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਹਰ ਦੇਸ਼ ਵਾਸੀ ਦੇ ਹੱਥ ਵਿੱਚ ਇਹ ਆਪਣੀ ਗੱਲ ਜਿਹੜੀ ਹੈ, ਤੁਹਾਡੀ ਆਪਣੀ ਗੱਲ ਹੈ, ਇਸ ਨੂੰ ਪਹੁੰਚਾਓ। ਅੱਜ ਗੱਲ ਕੀ ਕਰਨੀ ਹੈ ਤੁਹਾਡੇ ਨਾਲ, ਗੱਲ ਸਿਰਫ ਇੰਨੀ ਹੀ ਹੈ। ਤੁਸੀਂ ਇਹ ਦੇਖੋ, ਕੋਈ ਸੁਣਦੇ ਹੋ, ਤੁਸੀਂ ਪੜ੍ਹਦੇ ਹੋ, ਲਿਖਦੇ ਵੀ ਰਹੇ ਹੋ, ਅਤੇ ਅੱਜ ਦੀ ਜਿਹੜੀ ਨਸਲ ਹੈ ਉਸ ਨੂੰ ਇਹ ਪਤਾ ਹੀ ਨਹੀਂ ਕਿ ਈਸਟ ਇੰਡੀਆ ਕੰਪਨੀ ਕੀ ਹੁੰਦੀ ਸੀ, ਇਹ ਕਿਵੇਂ ਭਾਰਤ ਦੇ ਵਿੱਚ ਆਈ ਅਤੇ ਕਿਵੇਂ ਅਤੇ ਕੀ ਹਿਸਾਬ ਸੀ, ਇਹਦਾ ਕੌਣ ਜਨਮਦਾਤਾ ਸੀ, ਕਿਸ ਹਿਸਾਬ ਨਾਲ ਇਹ ਚੱਲੀ, ਕਿਵੇਂ ਇਹਨੇ ਵਿਚਰਿਆ ਭਾਰਤ ਦੇ ਵਿੱਚ। ਇਹ ਕੋਈ ਗੱਲਾਂ ਜਿਹੜੀਆਂ ਤੁਹਾਡੇ ਤਾਈਂ ਨਹੀਂ ਪਹੁੰਚਾਉਂਦਾ, ਅਤੇ ਇਹ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਮੈਂ ਕਰਦਾ ਰਹਿੰਦਾ ਤੁਹਾਡੇ ਲਈ, ਦੇਸ਼ ਦੇ ਹੱਕ ਲਈ, ਦੇਸ਼ ਦੇ ਜਿਹੜੀ ਮਿਡਲ ਕਲਾਸ ਹੈ ਉਹਨਾਂ ਵਾਸਤੇ, ਅਤੇ ਦੇਸ਼ ਦੇ ਦਬੇ ਕੁਚਲੇ ਲੋਕ ਜਿਹੜੇ ਨੇ, ਜਿਹੜੇ ਦੇਸ਼ ਦੇ ਜਿਹੜੇ ਜੋ ਵੀ ਜਿਨ੍ਹਾਂ ਨਾਲ ਜ਼ਿਆਦਤੀ ਹੁੰਦੀ ਹੈ, ਲੋਕਾਂ ਨਾਲ, ਬਸ਼ਿੰਦਿਆਂ ਨਾਲ, ਦੇਸ਼ ਦਿਆਂ ਨਾਲ ਜ਼ਿਆਦਤੀ ਹੁੰਦੀ ਹੈ, ਉਹਨਾਂ ਬਾਰੇ ਮੈਂ ਇਹ ਗੱਲ ਕਰਨੀ ਹੈ, ਵਿਚਾਰ ਚਰਚਾ ਕਰਨੀ ਹੈ। ਅੱਜ ਇੱਕ ਗੱਲ ਛੋਟੀ ਜਿਹੀ ਹੈ, ਛੋਟੀ ਜਿਹੀ ਗੱਲ ਨਹੀਂ, ਗੱਲ ਤਾਂ ਹੈ ਦੇਖੋ, ਅਤੇ ਹੈਗੀ ਵੀ ਬੜੀ ਵੱਡੀ ਹੈ। ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ ਆਈ ਸੀ। ਭਾਰਤ ਬਾਰੇ ਇਹ ਕਿਹਾ ਜਾਂਦਾ ਹੈ ਕਿ ਭਾਰਤ ਸੋਨੇ ਦੀ ਚਿੜੀਆ ਸੀ, ਅਤੇ ਈਸਟ ਇੰਡੀਆ ਕੰਪਨੀ ਨੇ ਭਾਰਤ ਨੂੰ ਲੁੱਟਿਆ। ਭਾਰਤ ਨੂੰ ਲੁੱਟ ਕੇ, ਅਤੇ ਤੁਸੀਂ ਦੇਖੋ ਉਹਨਾਂ ਨੇ ਜਿਹੜੇ ਅੰਗਰੇਜ਼ ਸੀਗੇ, ਈਸਟ ਇੰਡੀਆ ਕੰਪਨੀ ਉਹਨਾਂ ਨੇ ਬਣਾਈ ਸੀ, ਅਤੇ ਉਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਜਿਹੜੀ ਹੈ ਕਿਵੇਂ ਇੱਕ ਮਹਾਰਾਣੀ ਜਿਹੜੀ ਸੀ ਜਾਂ ਰਾਜਾ ਜਿਹੜਾ ਸੀਗਾ ਇੰਗਲੈਂਡ ਦਾ, ਉਹਦੇ ਰਾਜ ਥੱਲੇ ਜਾਂ ਪ੍ਰਬੰਧਨ ਥੱਲੇ ਆਈ। ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਇਤਿਹਾਸ ਹੈ ਜਿਹੜਾ ਅੱਜ ਪੜ੍ਹਾਇਆ ਨਹੀਂ ਜਾਂਦਾ ਦੇਸ਼ ਦੇ ਵਾਸੀਆਂ ਨੂੰ। ਔਰ ਮਿਡਲ ਕਲਾਸ ਔਰ ਜਿਹੜੇ ਮੇਰੇ ਵੀਰ ਜਿਹੜੇ ਜਿਨ੍ਹਾਂ ਨੂੰ ਅਸੀਂ ਦਲਿਤ ਕਹਿੰਦੇ ਹਾਂ, ਉਹ ਇਸ ਦਾ ਸ਼ਿਕਾਰ ਹੋਏ ਔਰ ਸ਼ੁਰੂ ਤੋਂ ਹੀ ਹੁੰਦੇ ਆਏ। ਇਹ ਈਸਟ ਇੰਡੀਆ ਕੰਪਨੀ ਦਾ ਇੱਕ ਛੋਟਾ ਜਿਹਾ ਮਨਸੂਬਾ ਸੀ ਜਿਹਨੇ ਸਾਲਟ ਐਕਟ ਲਾਇਆ ਸੀ, ਨਮਕ ਦੇ ਉੱਤੇ ਕਾਨੂੰਨ ਲਾਇਆ ਸੀ। ਨਹੀਂ ਤਾਂ ਭਾਰਤ ਇੱਕ ਐਸਾ ਦੇਸ਼ ਸੀ ਜਿਹਦੇ ਵਿੱਚ ਟੈਕਸ ਨਹੀਂ ਸੀ ਲੱਗਦਾ, ਕਦੀ ਵੀ ਕਿਸੇ ਚੀਜ਼ 'ਤੇ ਵੀ ਟੈਕਸ ਨਹੀਂ ਸੀ ਲੱਗਦਾ। ਔਰ ਟੈਕਸ ਜਿਹੜਾ ਸੀ ਇਹਦਾ ਇੱਕ ਅਨਨੋਨ ਜਿਹੜੀ ਟਰਮ ਸੀਗੀ, ਦੇਸ਼ ਵਾਸੀ ਇਸ ਤੋਂ ਵਾਕਫ ਹੀ ਨਹੀਂ ਸਨ। ਜਦੋਂ ਟੈਕਸ ਲੱਗਿਆ ਨਮਕ 'ਤੇ, ਤਾਂ ਗਾਂਧੀ ਜੀ ਨੇ ਨਮਕ ਦੀ ਲਹਿਰ ਚਲਾਈ ਸੀਗੀ, ਡਾਂਡੀ ਮਾਰਚ ਕੀਤਾ ਸੀਗਾ ਉਹਨਾਂ ਨੇ। ਔਰ ਇਹ ਡਾਂਡੀ ਮਾਰਚ ਕਿਹਦੇ ਲਈ ਕੀਤਾ ਸੀ? ਦੇਸ਼ ਵਾਸੀਆਂ ਲਈ ਕੀਤਾ ਸੀ, ਦੇਸ਼ ਦੇ ਹਿੱਤ ਵਿੱਚ ਕੀਤਾ ਸੀ। ਉਹਨਾਂ ਨੇ ਸ਼ਾਂਤਮਈ ਅੰਦੋਲਨ ਦਾ ਰਸਤਾ ਇਖਤਿਆਰ ਕੀਤਾ ਸੀ। ਔਰ ਜੇ ਇਹ ਦੇਖਿਆ ਜਾਏ, ਇਹ ਇੱਕ ਐਸਾ ਇੱਕ ਛੋਟਾ ਜਿਹਾ ਕੰਮ ਸੀਗਾ ਜਿਸ ਨੂੰ ਇਹ ਦੇਖ ਕੇ, ਇਹ ਸੋਚ ਕੇ ਕੀਤਾ ਗਿਆ ਕਿ ਜੇ ਦੇਸ਼ ਦੇ ਲੋਕਾਂ ਨੇ ਇਸ ਟੈਕਸ ਨੂੰ ਝੱਲਿਆ ਤਾਂ ਉਹ ਟੈਕਸਾਂ ਦੀ ਮਾਰ ਥੱਲੇ ਕਿਵੇਂ ਆਉਣਗੇ। ਉਹ ਮਾਰ ਜਿਹੜੀ ਹੈ 1923 ਤੋਂ, ਜੇ ਮੈਂ ਭੁੱਲਦਾ ਨਹੀਂ, ਟੈਕਸ ਐਕਟ ਲੱਗਿਆ ਸੀਗਾ, ਅਤੇ ਉਸ ਸਾਲਟ ਟੈਕਸ ਦੇ ਉੱਤੇ 1923 ਦੇ ਉੱਤੇ, ਔਰ ਇਨਕਮ ਟੈਕਸ ਐਕਟ ਫਿਰ ਬਣਿਆ, ਫਿਰ ਹੋਰ ਵੈਲਥ ਟੈਕਸ ਬਣਿਆ, ਫਿਰ ਗਿਫਟ ਟੈਕਸ ਬਣਿਆ, ਕਈ ਟੈਕਸ ਬਣੇ। ਔਰ ਜਿਨ੍ਹਾਂ ਦੀ ਮਾਰ ਕਿਤੇ 'ਤੇ ਪਈ? ਮਿਡਲ ਕਲਾਸ ਦੇ ਉੱਤੇ। ਮਿਡਲ ਕਲਾਸ ਦਾ ਜਿਹੜਾ ਖੂਨ ਟੈਸਟ ਕੀਤਾ ਗਿਆ ਕਿ ਇਹ ਵਾਕਿਆ ਜਿਹੜੀ ਹੈ ਇਸ ਟੈਕਸ ਦੀ ਮਾਰ ਝੱਲ ਲੈਣਗੇ ਜਾਂ ਨਹੀਂ ਝੱਲ ਲੈਣਗੇ। ਔਰ ਇਹ ਅੱਜ ਤੱਕ ਚੱਲਦਾ ਰਿਹਾ। ਫਿਰ ਇਹ ਸਰਕਾਰੀ ਅਦਾਰਿਆਂ ਵਿੱਚੋਂ ਨਿਕਲ ਕੇ, ਸਰਕਾਰ ਦੇ ਹੱਥਾਂ ਵਿੱਚੋਂ ਨਿਕਲ ਕੇ ਇਹ ਟੈਕਸ ਜਿਹੜਾ ਇਹ ਇੱਕ ਐਸਾ ਰੂਪ ਧਾਰਨ ਕਰ ਗਿਆ, ਮਿੱਠੇ ਜ਼ਹਿਰ ਦਾ ਰੂਪ ਧਾਰਨ ਕਰ ਗਿਆ। ਮਿੱਠੇ ਜ਼ਹਿਰ ਦਾ ਤੁਸੀਂ ਕਹੋਗੇ ਰੂਪ ਧਾਰਨ ਕਿਵੇਂ ਕਰ ਗਿਆ? ਉਹ ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਡੇ ਨਾਲ ਜ਼ਿਕਰ ਕਰ ਲੈਣਾ। ਇੱਕ ਗੱਲ ਛੋਟੀ ਜਿਹੀ ਹੈ, ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਤੁਹਾਡੀ ਯਾਦ ਸ਼ਕਤੀ ਜਿਹੜੀ ਹੈ ਉਸ ਨੂੰ ਹਨੂੰਮਾਨ ਜੀ ਦੇ ਬਲ ਵਾਂਗੂ ਹਲੂਣਾ ਦੇਣ ਦੀ ਜ਼ਰੂਰਤ ਹੁੰਦੀ ਹੈ। ਭਾਈ ਤੁਹਾਡੇ ਵਿੱਚ ਇਹ ਬਲ ਹੈਗਾ, ਜਿਵੇਂ ਹਨੂੰਮਾਨ ਜੀ ਨੂੰ ਉਹਨਾਂ ਦਾ ਬਲ ਯਾਦ ਕਰਾਇਆ ਜਾਂਦਾ ਸੀ, ਇਸੇ ਤਰ੍ਹਾਂ ਤੁਹਾਨੂੰ ਇਹ ਬਲ ਯਾਦ ਕਰਾਉਣ ਲਈ ਮੈਨੂੰ ਅੱਜ ਵੀਡੀਓ ਪਾਉਣੀ ਪੈ ਰਹੀ ਹੈ। ਤੁਸੀਂ ਇਹ ਦੇਖੋ, ਜੀਓ ਦਾ ਜਿਹੜਾ ਕਨੈਕਸ਼ਨ ਹੈ, ਮੋਬਾਈਲ ਕਨੈਕਸ਼ਨ, ਉਹ ਜੀਓ ਕੰਪਨੀ ਨੇ ਸ਼ੁਰੂ ਕੀਤਾ ਸੀ, ਜਿਹੜੀ ਅੰਬਾਨੀਆਂ ਅਡਾਨੀਆਂ ਦੀ ਈਸਟ ਇੰਡੀਆ ਕੰਪਨੀ ਹੈ। ਔਰ ਜਿਹੜੀ ਅੰਬਾਨੀਆਂ ਦੀ ਈਸਟ ਇੰਡੀਆ ਕੰਪਨੀ ਹੈ ਜਿਹੜੀ, ਉਸ ਨੇ ਤੁਹਾਨੂੰ ਇਹ ਜਿਹੜਾ ਮੋਬਾਈਲ ਕਨੈਕਸ਼ਨ
ਔਰ ਮੋਬਾਈਲ ਕਨੈਕਸ਼ਨ ਬਿਨਾਂ ਚਾਰਜਿਸ ਦੇ, ਬਿਨਾਂ ਫੀਸ ਦੇ ਪਹਿਲੇ ਤੁਹਾਨੂੰ 3-4 ਸਾਲ ਫ੍ਰੀ ਕਰਾਇਆ। ਔਰ ਉਹਨਾਂ ਨੇ ਆਪਣੇ ਸਬਸਕ੍ਰਾਈਬਰ ਕਰੋੜਾਂ ਵਿੱਚ ਬਣਾ ਲਏ। ਜਿਹੜੀਆਂ ਪ੍ਰਚਲਿਤ ਕੰਪਨੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਜੀਵਨ ਦੀ ਜਾਂਚ ਦੱਸੀ। ਏਅਰਟੈਲ ਸੀ, ਵੋਡਾਫੋਨ ਸੀ, ਆਈਡੀਆ ਸੀ, ਉਹਨਾਂ ਨੇ ਵੀ ਤੁਹਾਨੂੰ ਖੂਬ ਲੁੱਟਿਆ। ਲੇਕਿਨ ਜੀਓ ਕਨੈਕਸ਼ਨ ਨੇ ਤੁਹਾਨੂੰ ਫ੍ਰੀ ਵਿੱਚ ਜਿਹੜੀ ਆਦਤ ਪਾ ਦਿੱਤੀ। ਉਸ ਤੋਂ ਬਾਅਦ ਤੁਹਾਡੇ ਤੋਂ ਕਿੰਨੇ ਪੈਸੇ ਲਏ? 99 ਰੁਪਏ। ਫਿਰ ਉਸ ਤੋਂ ਬਾਅਦ 199, ਫਿਰ ਉਸ ਤੋਂ ਬਾਅਦ ਕੋਈ ਸਮਾਂ ਪਾ ਕੇ 299 ਕੀਤਾ ਗਿਆ, ਫਿਰ 399 ਕੀਤਾ ਗਿਆ। ਉਹੀ ਚਾਰਜ ਜਿਹੜਾ ਤੁਹਾਨੂੰ ਮੁਫਤ ਹੀ ਸੀਗਾ, 99 ਰੁਪਏ, 199 ਰੁਪਏ, 299 ਰੁਪਏ, 399 ਰੁਪਏ, 499 ਰੁਪਏ, ਵੱਧਾ ਅੱਜ 720 ਰੁਪਏ 'ਤੇ ਇਹ ਪਹੁੰਚ ਗਿਆ ਇਹਦਾ ਰੇਟ। ਕਿਸੇ ਵੀ ਮਾਂ ਦੇ ਲਾਲ ਨੇ, ਭਾਵੇਂ ਸਰਕਾਰੀ ਦਰਬਾਰੇ ਅਤੇ ਭਾਵੇਂ ਦੇਸ਼ ਦੇ ਵਿੱਚ ਤੁਸੀਂ ਵਸਦੇ ਹੋ, ਕਿਸੇ ਨੇ ਵੀ ਇਸ ਮਸਲੇ ਦੇ ਉੱਤੇ ਸਰਕਾਰ ਨੂੰ ਨਹੀਂ ਪੁੱਛਿਆ, ਅੰਬਾਨੀ ਨੂੰ ਨਹੀਂ ਪੁੱਛਿਆ ਵੀ ਜਨਾਬ ਇਹ ਕੀ ਹੋ ਰਿਹਾ। ਕੋਈ ਮਸਲਾ ਕੋਰਟ ਦੇ ਵਿੱਚ ਨਹੀਂ ਗਿਆ ਕਿ ਇਹ ਲੁੱਟ ਖਸੁੱਟ ਭਾਰਤ ਦੇ ਜਿਹੜੇ ਮੱਧਸ਼੍ਰੇਣੀ ਮੱਧ ਵਰਗ ਦੇ ਲੋਕ ਨੇ ਜਿਹੜੇ ਇਸ ਦੀ ਵਰਤੋਂ ਜ਼ਿਆਦਾ ਕਰਦੇ ਨੇ। ਔਰ ਇਸ ਵੇਲੇ ਜੇ ਮੈਨੂੰ ਅੰਦਾਜ਼ਾ ਹੈ ਤਾਂ 40 ਕਰੋੜ ਤੋਂ ਉੱਤੇ ਸਬਸਕ੍ਰਾਈਬਰ ਜਿਹੜੇ ਨੇ ਇਸ ਜੀਓ ਕੰਪਨੀ ਦੇ ਨੇ। ਔਰ ਜਿਹੜੇ ਦੇ ਤੁਸੀਂ ਹਿਸਾਬ ਲਾਓ, ਇਹ ਜਿਹੜਾ ਤੁਹਾਡੇ ਤੋਂ 720 ਰੁਪਏ ਉਗਰਾਏ ਜਾ ਰਹੇ ਨੇ, ਇਹ ਕੰਪਨੀ ਦੀ ਕਿੰਨੀ ਵੱਡੀ ਆਮਦਨ ਹੈ। ਇਹ ਉਸੇ ਕੰਪਨੀ ਦੀ ਆਮਦਨ ਹੈ ਜਿਹਨੇ ਤੁਹਾਨੂੰ ਇਹ ਜਿਹੜਾ ਮੁਫਤ ਵਿੱਚ ਕਨੈਕਸ਼ਨ ਦੇ ਕੇ ਤੁਹਾਨੂੰ ਮਿੱਠੇ ਜ਼ਹਿਰ ਦਾ ਟੀਕਾ ਲਾਇਆ ਸੀ, ਆਦਤ ਪਾਈ ਸੀ, ਆਦੀ ਬਣਾ ਦਿੱਤਾ ਸੀ, ਉਸੇ ਤਰ੍ਹਾਂ ਆਦੀ ਬਣਾ ਦਿੱਤਾ ਸੀ। ਜਿਵੇਂ ਇੱਕ ਨਸ਼ੇੜੀ ਨਸ਼ੇ ਬਿਨਾਂ ਨਹੀਂ ਰਹਿ ਸਕਦਾ, ਤੁਸੀਂ ਇਹਦੇ ਬਿਨਾਂ ਨਹੀਂ ਰਹਿ ਸਕੋਗੇ, ਪੈਸੇ ਤਾਂ ਦੇਣੇ ਹੀ ਪੈਣਗੇ। ਜਿਹੜੀ ਤੁਹਾਡੀ ਹੱਕ ਹਲਾਲ ਦੀ ਕਮਾਈ ਹੈ, ਇਸ ਈਸਟ ਇੰਡੀਆ ਕੰਪਨੀ ਵਿਦਿਨ ਬ੍ਰੈਕਟ ਅੰਬਾਨੀ ਨੇ ਤੁਹਾਡੀ ਕਿਵੇਂ ਲੁੱਟੀ ਹੈ। ਇਹ ਈਸਟ ਇੰਡੀਆ ਕੰਪਨੀ ਤੋਂ ਵੀ ਵੱਡੀ ਇੱਕ ਸਾਜ਼ਿਸ਼ ਕਾਰਪੋਰੇਟ ਘਰਾਣੇ ਦੀ ਆ ਗਈ। ਔਰ ਇਹ ਜਿਹੜੀ ਸਾਜ਼ਿਸ਼ ਹੈ, ਇਹਦੇ ਉੱਤੇ ਸਰਕਾਰ ਨੇ ਕੀ ਕੀਤਾ ਤੁਹਾਡੇ ਲਈ, ਤੁਸੀਂ ਆਪਣੇ ਆਪ ਲਈ ਕੀ ਕੀਤਾ? ਇਹ ਦੋ ਸਵਾਲ ਨੇ, ਇਹਨਾਂ ਦਾ ਮੈਂ ਜਵਾਬ ਮੰਗਣਾ ਚਾਹਾਂਗਾ, ਤੁਹਾਡੇ ਤੋਂ ਫੀਡਬੈਕ ਲੈਣਾ ਚਾਹਾਂਗਾ। ਔਰ ਤੁਸੀਂ ਇਹ ਦੇਖੋ, ਸਰਕਾਰ ਦੀ TRAI ਤਰਾਈ ਜਿਹਨੂੰ ਕਹਿੰਦੇ ਆ, ਟ੍ਰੈਫਿਕ ਰੈਗੂਲੇਟਰੀ ਅਥਾਰਟੀ ਜਿਹੜੀ ਆਫ ਇੰਡੀਆ ਹੈ, ਉਹਨੇ ਵੀ ਇਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਔਰ ਸਾਡੀ ਟੈਲੀਕਾਮ ਜਿਹੜੀ ਸੀ BSNL ਕੰਪਨੀ, ਉਹਦਾ ਘਾਣ ਕਰਨ ਦੇ ਵਿੱਚ ਜਿਹੜੇ ਅਫਸਰਾਂ ਦਾ ਯੋਗਦਾਨ ਹੈ, ਸਹਿਯੋਗਦਾਨ ਹੈ ਇਸ ਜੀਓ ਕੰਪਨੀ ਨੂੰ ਖੜੇ ਕਰਨ ਲਈ, ਉਹ ਆਪਣੀਆਂ ਪੈਨਸ਼ਨਾਂ ਲੈ ਕੇ ਘਰ ਜਾਂਦੇ ਰਹੇ ਔਰ ਉਹਨਾਂ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਇਆ। ਔਰ BSNL ਦੀ ਹਾਲਤ ਜਿਹੜੀ ਹੈ ਉਹ ਇਸ ਹਿਸਾਬ ਦੀ ਹੋ ਗਈ ਹੈ ਕਿ ਉਹਨਾਂ ਦੇ ਜਿਹੜੇ ਟਾਵਰ ਨੇ ਉਹਨਾਂ ਨੂੰ ਕੌਣ ਵਰਤ ਰਿਹਾ? ਜੀਓ ਵਾਲੇ ਵਰਤ ਰਹੇ ਨੇ, ਰਿਲਾਇੰਸ ਵਾਲੇ ਵਰਤ ਰਹੇ ਨੇ, ਹੋਰ ਇੱਦਾਂ ਦੇ ਜਿਹੜੇ ਅਦਾਰੇ ਅੱਗੇ ਆਏ ਨੇ ਉਹ ਵਰਤ ਰਹੇ ਨੇ। ਤੁਸੀਂ ਇਹ ਦੇਖੋ, ਤੁਹਾਡੀ ਸਰਕਾਰ ਨੇ ਇਹਦੇ ਉੱਤੇ ਐਕਟ ਕਿਉਂ ਨਹੀਂ ਲਿਆਂਦਾ, ਕਾਨੂੰਨ ਪਾਸ ਕਿਉਂ ਨਹੀਂ ਕੀਤਾ? ਕਿਸਾਨਾਂ ਲਈ ਤੇ ਫੱਟ ਕਾਲੇ ਕਾਨੂੰਨ ਲਿਆਉਂਦੇ ਸਨ, 3 ਕਾਲੇ ਕਾਨੂੰਨ ਆ ਜਿਹੜੇ 2 ਦਿਨ ਪਹਿਲਾਂ ਜਿਹੜੇ ਵਾਪਸ ਹੋਏ ਨੇ, ਇਹਨਾਂ ਉੱਤੇ ਕਿਉਂ ਨਹੀਂ ਆਇਆ ਇਹ ਕਾਨੂੰਨ? ਇਹ ਇੱਕ ਦੇਖਣ ਵਾਲੀ ਗੱਲ ਹੈ। ਤੁਹਾਨੂੰ ਇਹ ਗੱਲ ਸੋਚ ਲਈ ਮਜਬੂਰ ਕਰਦੀ ਹੈ ਜਾਂ ਨਹੀਂ ਕਰਦੀ? ਜੇ ਤੁਸੀਂ ਭਾਰਤ ਦੇ ਕਰੋੜਾਂ ਟੈਕਸ ਪੇਅਰ ਜਿਹੜੇ ਹੋ, ਜੇ ਤੁਸੀਂ ਕਰੋੜਾਂ ਜਿਹੜੇ ਹੋ ਜੀਓ ਯੂਜ਼ਰ ਹੋ, ਉਹ ਤੁਸੀਂ ਆਪਣੇ ਲਈ 100 ਰੁਪਈਆ ਇਕੱਠਾ ਕਰਕੇ ਇਸ ਮਾਮਲੇ ਨੂੰ ਅਦਾਲਤ ਦੇ ਵਿਚਾਰ ਅਧੀਨ ਨਹੀਂ ਲਿਆ ਸਕਦੇ, ਤਾਂ ਮੇਰਾ ਖਿਆਲ ਹੈ ਕਿ ਇਹ ਇੱਕ ਗੱਲ ਜਿਹੜੀ ਸੀਗੀ ਕਿ ਈਸਟ ਇੰਡੀਆ ਕੰਪਨੀ ਦਾ ਲੱਗਾ ਹੋਇਆ ਟੀਕਾ ਅੱਜ ਤੱਕ ਦੇਸ਼ ਵਾਸੀਆਂ ਨੂੰ ਖਾਂਦਾ ਰਹੇਗਾ, ਜ਼ਹਿਰ ਦਿੰਦਾ ਰਹੇਗਾ, ਮਿੱਠਾ ਜ਼ਹਿਰ ਮਿਲਦਾ ਰਹੇਗਾ ਇਹਨਾਂ ਨੂੰ। ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਤੁਸੀਂ ਇਹ ਇੱਕ ਚੀਜ਼ ਦੇਖੋ, ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੀ ਆਲੋਚਨਾ ਦਾ ਵੀ ਕਾਰਨ ਬਣੀ, ਔਰ ਉਹਦੀ ਦੇਖੋ ਜਿਹਨੇ ਕੰਮ ਕਰਨਾ ਉਹਦੀ ਆਲੋਚਨਾ ਵੀ ਹੋਣੀ ਹੈ, ਉਹਦੇ ਬਾਰੇ ਲੋਕਾਂ ਨੇ ਗਲਤ ਵੀ ਕਹਿਣਾ, ਠੀਕ ਵੀ ਕਹਿਣਾ, ਉਸੇ ਤਰ੍ਹਾਂ ਜਿਵੇਂ ਮੋਦੀ ਜੀ ਬਾਰੇ ਵੀ ਕਿਹਾ ਜਾਂਦਾ। ਔਰ ਜੇ ਇਹ ਗੱਲ ਚੱਲਦੀ ਹੈ, ਜੇ ਇਹ ਗੱਲ ਸਮਝਦੇ ਹੋ ਤੁਸੀਂ, ਤਾਂ ਫਿਰ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜੇ ਪ੍ਰਾਈਵੇਟ ਬੈਂਕ ਸੀ ਉਹਨਾਂ ਦਾ ਨੈਸ਼ਨਲਾਈਜ਼ ਕੀਤਾ। ਨੈਸ਼ਨਲਾਈਜ਼ ਦਾ ਮਤਲਬ ਇਹ ਹੈ ਵੀ ਰਾਸ਼ਟਰੀ ਬੈਂਕ ਬਣਾ ਦਿੱਤੇ ਗਏ, ਘੋਸ਼ਿਤ ਕਰ ਦਿੱਤੇ ਗਏ, ਸਰਕਾਰ ਨੇ ਅੰਡਰਟੇਕ ਕਰ ਲਏ, ਸਰਕਾਰ ਨੇ ਉਹਨਾਂ ਦਾ ਪ੍ਰਬੰਧਨ ਆਪਣੇ ਹੱਥ ਵਿੱਚ ਲੈ ਲਿਆ। ਉਹ ਦੇਸ਼ ਹਿੱਤ ਦੇ ਵਿੱਚ ਕੀਤਾ ਸੀ। ਸਾਡੀ ਇਸ 7 ਸਾਲ ਦੀ ਸਰਕਾਰ ਨੇ
ਦੇਸ਼ ਹਿੱਤ ਵਿੱਚ ਜੋ ਸੀ ਉਹਨੂੰ ਵੇਚ ਦਿੱਤਾ। ਉਹਦਾ ਵੀ ਜ਼ਿਕਰ ਖੁਲਾਸਾ ਕਰ ਦਿਆਂਗਾ ਤੁਹਾਡੇ ਨਾਲ। ਤੇ ਕੋਈ ਵੀ ਐਸਾ ਕਦਮ ਨਹੀਂ ਉਠਾਇਆ ਜਿਹਦੇ ਨਾਲ ਜਿਹੜਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਕੀਤਾ ਹੋਇਆ ਯੋਗ ਕਦਮ, ਬੈਂਕਾਂ ਦਾ ਜਿਹੜਾ ਰਾਸ਼ਟਰੀਕਰਨ ਕੀਤਾ ਸੀ, ਉਹਨਾਂ ਨੇ ਇਹੋ ਜਿਹਾ ਕੋਈ ਕੰਮ ਜਾਂ ਕਰਮ ਕੀਤਾ ਹੋਵੇ, ਨਹੀਂ ਕੀਤਾ। ਅੱਜ ਇਸ ਸਰਕਾਰ ਦੀ ਜ਼ਰੂਰਤ ਨਹੀਂ ਹੈ ਕਿ ਈਸਟ ਇੰਡੀਆ ਕੰਪਨੀ ਵਿਦਿਨ ਬ੍ਰੈਕਟ ਅੰਬਾਨੀ ਨੂੰ ਨੈਸ਼ਨਲਾਈਜ਼ ਕਰ ਸਕੇ, ਦੇਸ਼ ਦੀ ਸੰਪਤੀ ਘੋਸ਼ਿਤ ਕਰ ਸਕੇ। ਇਹਦੇ ਉੱਤੇ ਜਿਹੜਾ ਜੋ ਇਹ ਟੈਰਿਫ ਲਾਉਂਦੇ ਨੇ ਤੁਹਾਡੇ ਲਈ, ਜੋ ਤੁਹਾਡੇ ਤੋਂ ਉਗਰਾਹੀ ਕਰਦੇ ਨੇ, ਤੁਹਾਡੇ ਕੋਲੋਂ ਜਿਹੜੀ ਜੋ ਵੀ ਲੁੱਟਮਾਰ ਕਰ ਰਹੇ ਨੇ, ਲੁੱਟਮਾਰ ਹੀ ਹੈ ਇਹ ਕਰ ਰਹੇ ਨੇ। ਇਸ ਦਾ ਜਿਹੜਾ ਇੱਕ ਹਿਡਨ ਕਾਰਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਉਹ ਹਿਡਨ ਕਾਰਨ ਕੀ ਹੈ ਕਿ ਇਹਨਾਂ ਦੇ ਜਿਹੜੇ ਚੈਨਲ ਨੇ, ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ, ਉਹ ਚੈਨਲਾਂ ਦੇ ਵਿੱਚ ਵੀ ਇਹਦੇ ਉੱਤੇ ਕੋਈ ਬਹਿਸ, ਕੋਈ ਚਰਚਾ, ਕੋਈ ਵਿਚਾਰ ਵਿਮਰਸ਼ ਨਹੀਂ ਆ ਰਿਹਾ। ਕਿਉਂ ਨਹੀਂ ਆ ਰਿਹਾ? ਕਿਉਂਕਿ ਜਿਹੜੀ ਹੈ ਕਮਜ਼ੋਰੀ ਉਹ ਮਿਡਲ ਕਲਾਸ ਦੀ ਹੈ। ਅੱਜ ਭਾਰਤ ਸਰਕਾਰ ਇਹਨਾਂ ਉੱਤੇ ਜੇ ਕਾਨੂੰਨ ਲਿਆਵੇ, ਅੰਬਾਨੀਆਂ ਅਡਾਨੀਆਂ ਉੱਤੇ, ਵੀ ਤੁਹਾਡੀ ਸਾਰੀ ਸੰਪਤੀ ਜਿਹੜੀ ਹੈ ਜ਼ਬਤ, ਤੁਸੀਂ ਨਾਜਾਇਜ਼ ਤਰੀਕੇ ਨਾਲ ਪਿਛਲੇ 30 ਸਾਲ ਵਿੱਚ ਇੰਨੀ ਜਾਇਦਾਦ ਬਣਾਈ ਹੈ, ਇਹਦਾ ਜਾਂ ਤਾਂ ਹਿਸਾਬ ਦਿਓ, ਈਡੀ ਨੂੰ ਹਿਸਾਬ ਦਿਓ। ਈਡੀ ਨੇ ਨਹੀਂ ਜੇ ਜਾਣਾ ਉੱਥੇ CBI ਨੇ ਨਹੀਂ ਜੇ ਜਾਣਾ, ਉਹਨੇ ਇਨਕਮ ਟੈਕਸ ਨੇ ਨਹੀਂ ਜੇ ਜਾਣਾ, ਜਾਂ ਕਿਸੇ ਹੋਰ ਅਦਾਰੇ ਨੇ ਨਹੀਂ ਜੇ ਜਾਣਾ। ਜਿਹੜੇ ਪੋਲੀਟੀਕਲ ਰੰਜਿਸ਼ਾਂ ਵਾਸਤੇ ਇਸ ਵੇਲੇ ਕਿਤੇ ਨਾ ਕਿਤੇ ਉਹ ਵਿਚਾਰੇ ਤੁਰੇ ਫਿਰਦੇ ਨੇ, ਉਹ ਵੀ ਮਜਬੂਰ ਨੇ, ਉਹ ਵੀ ਇਸ ਗੱਲ ਦੇ ਉੱਤੇ ਜਿਹੜੇ ਨੇ ਵਾਕਫ ਨੇ ਕਿ ਕਿਸ ਤਰ੍ਹਾਂ ਦਾ ਪ੍ਰਬੰਧਨ ਚੱਲ ਰਿਹਾ। ਲੇਕਿਨ ਇਹਦੇ ਉੱਤੇ ਜੀਓ ਦੇ ਉੱਤੇ ਜਾਂ ਅੰਬਾਨੀਆਂ ਅਡਾਨੀਆਂ ਦੇ ਉੱਤੇ ਜਾਂ ਚੌਕਸੀਆਂ ਦੇ ਉੱਤੇ ਜਾਂ ਵਿਜੇ ਮਲੀਆ ਦੇ ਉੱਤੇ ਇਹਨਾਂ ਦਾ ਜੋ ਵੀ ਕਾਰਵਾਈ ਹੈ ਜਾਂ ਜੋ ਕਰਮ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਮੇਰੇ ਕਹਿਣ ਦੀ ਜ਼ਰੂਰਤ ਨਹੀਂ। ਇਹ ਜਿਹੜੀ ਜੀਓ ਕੰਪਨੀਜ਼ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਜਿਹੜੀਆਂ ਆਪਣੇ ਮਿਡਲ ਕਲਾਸ ਦੀ ਲੁੱਟ ਖਸੁੱਟ ਕਰ ਰਹੀਆਂ, ਉਸ ਲੁੱਟ ਖਸੁੱਟ ਨੂੰ ਬਚਾਉਣ ਦੇ ਲਈ ਸਾਡੀ ਭਾਰਤ ਸਰਕਾਰ, ਮੋਦੀ ਜੀ ਦੀ ਸਰਕਾਰ, ਕੀ ਇਹਦੇ ਉੱਤੇ ਉਸੇ ਤਰ੍ਹਾਂ ਆਰਡੀਨੈਂਸ ਲਿਆਉਣ ਲਈ ਤਿਆਰ ਬੈਠੀ ਹੈ? ਅੱਜ ਜਿਹੜਾ ਹੈ ਸੰਸਦ ਦਾ ਵਿਸ਼ੇਸ਼ ਸੱਤਰ ਚੱਲ ਰਿਹਾ ਹੈ ਜਾਂ 70 ਚੱਲ ਰਿਹਾ ਹੈ, ਜਾਂ ਸ਼ੀਤ ਰੁੱਤ ਦਾ ਜਿਹੜਾ ਚੱਲ ਰਿਹਾ ਹੈ 70 ਚੱਲ ਰਿਹਾ ਹੈ, ਇਹਦੇ ਵਿੱਚ ਇਹ ਬਿੱਲ ਪੇਸ਼ ਕੀਤਾ ਜਾਏਗਾ ਜਾਂ ਆਰਡੀਨੈਂਸ ਲਿਆਂਦਾ ਜਾਏਗਾ ਕਿ ਇਹ ਜਿਹੜੀ ਇੱਦਾਂ ਦੀ ਧਾਂਦਲੀ ਹੋਈ ਹੈ 99, 199, 299, 399, 499, 599 ਅਤੇ ਫਿਰ ਸਿੱਧੀ 720, ਇਹ ਜਿਹੜੀ ਕਮਾਈ ਹੈ ਇਹ ਕਿੱਥੇ ਗਈ? ਇਹਦਾ ਕੋਈ ਹਿਸਾਬ ਕਿਤਾਬ ਸਰਕਾਰ ਨੇ ਪੁੱਛਿਆ? ਕਿ ਸਾਡੀ ਜਿਹੜੀ ਵਿੱਤ ਮੰਤਰੀ ਹੈ ਨਿਰਮਲਾ ਸੀਤਾਰਮਨ, ਉਹਨੇ ਇਹਦੇ ਉੱਤੇ ਵਿਚਾਰ ਕੀਤੀ ਹੈ ਇਸ ਗੱਲ ਦੇ ਉੱਤੇ? ਬਿਲਕੁਲ ਨਹੀਂ, ਕਿਉਂਕਿ ਉਹ ਜਿਹੜਾ ਹੈ ਇਸ ਹਿਸਾਬ ਨਾਲ ਵਿਚਾਰ ਨਹੀਂ ਹੋਣੀ। ਕਿਉਂਕਿ ਇਹ ਕਿਹਾ ਜਾਂਦਾ ਹੈ, ਲੋਕ ਕਹਿੰਦੇ ਨੇ ਮਿਡਲ ਕਲਾਸ ਦੇ ਵਿੱਚ ਗੱਲਾਂ ਹੁੰਦੀਆਂ, ਦਲਿਤ ਵਰਗ ਦੇ ਵਿੱਚ ਗੱਲਾਂ ਹੁੰਦੀਆਂ ਕਿ ਇਹ ਜਿਹੜੀ ਹੈ ਕਮਾਈ ਇਹ ਸਰਕਾਰ ਆਪਣੇ ਜਿਹੜੇ ਇਹ ਗੱਲ ਜੇ ਕਹੀ ਜਾਵੇ ਆਪਣੇ ਜਵਾਈ ਤੋਂ ਆਈ ਹੈ, ਤਾਂ ਇਹ ਕੋਈ ਗਲਤ ਗੱਲ ਨਹੀਂ। ਇਹ ਕਿਉਂ ਗੱਲ ਉੱਡੇ? ਕਿਉਂ ਇਹ ਸਰਕਾਰ ਦਾ ਜਿਹੜਾ ਹੈ ਕਿਸੇ ਤਰ੍ਹਾਂ ਵੀ ਕਿਸੇ ਵੀ ਤਰੀਕੇ ਦੇ ਨਾਲ ਬੇਪੱਤੀ ਦਾ ਕਾਰਨ ਬਣੇ? ਇਹਦੇ ਉੱਤੇ ਜਵਾਬਦੇਹੀ ਜਿਹੜੀ ਹੈ ਮੰਗਣੀ ਤੁਹਾਡਾ ਕੰਮ, ਤੈਅ ਕਰਾਉਣੀ ਵੀ ਤੁਹਾਡਾ ਕੰਮ। ਅਤੇ ਜੇ ਤੁਹਾਡੇ ਵਿੱਚ ਦਰਦ ਹੈ, ਆਪਣੇ ਲਈ ਦਰਦ ਹੈ, ਆਪਣੇ ਬੱਚਿਆਂ ਲਈ ਦਰਦ ਹੈ, ਆਪਣੀ ਜਿਹੜੀ ਹੱਕ ਹਲਾਲ ਦੀ ਕਮਾਈ ਲਈ ਦਰਦ ਹੈ, ਅਤੇ ਤੁਸੀਂ ਇਹ ਜਿਹੜੀ ਇਹ ਜ਼ੁਬਾਨ ਆਪਣੀ ਖੋਲ੍ਹੋ, ਇਹ ਜਵਾਬ ਜ਼ਰੂਰ ਮੰਗੋ। ਇਹ ਜਵਾਬ ਮੰਗਣਾ ਤੁਹਾਡਾ ਹੱਕ ਹੈ, ਆਪਣੀ ਸਰਕਾਰ ਤੋਂ ਤੁਹਾਡਾ ਜਵਾਬ ਮੰਗਣਾ ਹੱਕ ਹੈ। ਔਰ ਜੇ ਅੱਜ ਕਿਸਾਨਾਂ ਨੇ ਇੱਕ ਮੋਰਚਾ ਲਾ ਕੇ 3 ਕਾਲੇ ਕਾਨੂੰਨ ਵਾਪਸ ਕਰਾ ਲਏ ਨੇ, ਅਤੇ ਤੁਹਾਡੇ ਵਿੱਚ ਕੀ ਕਮੀ ਹੈ? ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਆਪਣੀਆਂ ਮੰਗਾਂ ਵੀ ਸ਼ਾਮਲ ਕਰਾ ਲਓ। ਇਹ ਕਿਸਾਨੀ ਮੋਰਚਾ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਸੀ, ਪੰਜਾਬ ਨੇ ਹੀ ਦੇਸ਼ ਦੀ ਆਜ਼ਾਦੀ ਦੀ ਜਿਹੜੀ ਜੰਗ ਹੈ ਉਸ ਨੂੰ ਜਿੱਤਿਆ, ਵੈਸਟ ਬੰਗਾਲ ਨਾਲ ਜਿੱਤਿਆ ਮਿਲ ਕੇ। ਬਾਕੀ ਸਾਰੇ ਦੇਸ਼ ਦਾ ਜਿੱਥੇ ਜਿੱਥੇ ਵੀ ਯੋਗਦਾਨ ਜਾਂ ਸਹਿਯੋਗਦਾਨ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਮੇਰੇ ਕਹਿਣ ਦੀ ਜ਼ਰੂਰਤ ਨਹੀਂ। ਅੱਜ ਵਿਚਾਰ ਵਿਮਰਸ਼ ਇੰਨੀ ਹੋਈ, ਇਸ ਗੱਲ ਨੂੰ ਮੇਰੀ ਨੂੰ ਸੋਚ ਲਿਓ, ਵਿਚਾਰ ਲਿਓ। ਆਪਣੀ ਹੱਕ ਹਲਾਲ ਦੀ ਕਮਾਈ ਨੂੰ ਈਸਟ ਇੰਡੀਆ ਕੰਪਨੀ ਵਿਦਿਨ ਬ੍ਰੈਕਟ ਅੰਬਾਨੀ ਨੂੰ ਲੁੱਟਣ ਦੀ ਇਜਾਜ਼ਤ ਜਾਂ ਵਿਦੇਸ਼ ਲਿਜਾਣ ਦੀ ਇਜਾਜ਼ਤ ਨਾ ਦਿਓ। ਆਪਣੀ ਸਰਕਾਰ ਨੂੰ ਮਜਬੂਰ ਕਰੋ ਇਹਨਾਂ ਦੇ ਉੱਤੇ ਕਾਨੂੰਨ ਆਵੇ। ਔਰ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਇਹ ਚਾਹੁੰਦਾ ਮੇਰੀ ਇਸ ਵੀਡੀਓ ਨੂੰ
ਲਾਈਕ ਕਰਨਾ, ਸ਼ੇਅਰ ਕਰਨਾ, ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ, ਤਾਂ ਕਿ ਮੈਂ ਇੱਦਾਂ ਦੀਆਂ ਵੀਡੀਓ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣਾਵਾਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਗੱਲਾਂ ਇੰਨੀਆਂ ਹੀ। ਸਤਿ ਸ੍ਰੀ ਅਕਾਲ।